रूस ਅਤੇ यूक्रेन ਦੇ ਵਿੱਚ ਜੰਗ ਲਗਾਤਾਰ ਜਾਰੀ ਹੈ ਅਤੇ ਦੂਜੇ ਮੁਲਕਾਂ ਦੇ ਲੋਕ ਉੱਥੋਂ ਪਲਾਇਨ ਕਰ ਰਹੇ ਹਨ। ਇੱਥੋਂ ਕਿ यूक्रेन ਦੇ ਲੋਕ ਵੀ ਉੱਥੋਂ ਲਗਾਤਾਰ ਪਲਾਇਨ ਕਰ ਰਹੇ ਹਨ ਅਤੇ ਜਿਹੜੇ ਭਾਰਤੀ ਸਟੂਡੈਂਟ ਨੇ ਉਹ ਵੀ ਭਾਰਤ ਵਾਪਸ ਆ ਰਹੇ ਹਨ। ਬੀਤੇ ਦਿਨੀ ਲੁਧਿਆਣਾ ਦੇ ਇੱਕ ਸਟੂਡੈਂਟ ਗੁਰਲੀਨ ਕੌਰ ਜੋ ਖਾਰਕਿਵ ਦੇ ਵਿੱਚ ਸਟੱਡੀ ਕਰਦੇ ਸਨ, ਉਹ ਰਾਤੀ ਲੁਧਿਆਣਾ ਪਹੁੰਚੇ ਹਨ। ਉਹਨਾਂ ਨਾਲ ਗੱਲਬਾਤ ਕਰਦੇ ਹਨ ਕਿ ਉੱਥੇ ਮਾਹੌਲ ਹੈ ਅਤੇ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹ ਇੱਥੇ ਤੱਕ ਪਹੁੰਚੇ ਹਨ। ਸਤਿ ਸ਼੍ਰੀ ਅਕਾਲ। ਪੋਲੈਂਡ ਦੇ ਬਾਰਡਰ ਤੱਕ ਆਉਣ ਲਈ ਤੁਹਾਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਇਸ ਦੌਰਾਨ ਕੀ ਕੁਝ ਸੀ ਉੱਥੇ ਹਾਲਾਤ? ਹਾਲਾਤ ਇਹੀ ਸੀ ਕਿ ਜਦੋਂ ਜਿੱਦਾਂ ਪੋਲੈਂਡ ਬਾਰਡਰ ਪਹੁੰਚੇ ਹਾਂ ਅਸੀਂ, ਅਤੇ ਉੱਥੇ ਬਹੁਤ ਜ਼ਿਆਦਾ ਸਟੂਡੈਂਟ ਸੀਗੇ ਅਤੇ ਇੰਨੇ ਜ਼ਿਆਦਾ ਆਫਕੋਰਸ ਪਹਿਲਾਂ ਉਹ ਯੂਕਰੇਨੀਅਨਸ ਨੂੰ ਪ੍ਰੈਫਰੈਂਸ ਦੇ ਰਹੇ ਸੀ। ਉਹਨਾਂ ਨੇ ਸਾਈਡ ਵਾਲਾ ਬਾਰਡਰ ਉਹਨਾਂ ਵਾਸਤੇ ਖੋਲ੍ਹਿਆ ਹੋਇਆ ਸੀ ਅਤੇ ਸਾਡੀ ਟਰਨ ਕਾਫੀ ਲੇਟ 'ਚ ਆਈ। ਮਿਨੀਮਮ 6 to 7 ਆਵਰਸ ਬੱਚੇ ਉੱਥੇ ਖੜ੍ਹੇ ਰਹੇ, ਅਸੀਂ ਵੀ ਉੱਥੇ ਖੜ੍ਹੇ ਰਹੇ ਆਪਣੀ ਟਰਨ ਦੀ ਵੇਟ ਕਰਨ ਲਈ। ਕਾਫੀ ਜ਼ਿਆਦਾ ਚੱਲ ਕੇ ਗਏ ਹਾਂ ਉੱਥੇ ਬਾਰਡਰ ਤੱਕ। ਇੰਡੀਅਨ ਗੌਰਮੈਂਟ ਵੱਲੋਂ ਐਡਵਾਈਜ਼ਰੀ ਕਦੋਂ ਜਾਰੀ ਕੀਤੀ ਗਈ ਹੈ? ਉੱਥੇ ਹਾਲਾਤ ਕਦੋਂ ਖਰਾਬ ਹੋਏ? ਤੁਹਾਨੂੰ ਇਹਨਾਂ ਚੀਜ਼ਾਂ ਦਾ ਕਦੋਂ ਪਤਾ ਲੱਗਿਆ ਅਤੇ ਤੁਸੀਂ ਟਾਈਮ ਨਾਲ ਉੱਥੋਂ ਕਿਉਂ ਨਹੀਂ ਨਿਕਲ ਪਾਏ? ਇਹਨਾਂ ਚੀਜ਼ਾਂ ਦੇ ਪਿੱਛੇ ਕੀ ਕਾਰਨ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਇਹੀ ਕਿ ਜਿੱਦਾਂ ਮੇਰਾ ਇੰਟਰਨੈਸ਼ਨਲ ਗਰੁੱਪ ਹੈ, ਉਹਨਾਂ ਦੀ ਐਡਵਾਈਜ਼ਰੀ ਪਹਿਲਾਂ ਆ ਗਈ ਸੀ, ਉਹ ਬੱਚੇ ਪਹਿਲਾਂ ਨਿਕਲ ਆਏ। ਇੰਡੀਅਨ ਗਵਰਨਮੈਂਟ ਨੇ ਜਿੱਦਾਂ ਹੀ ਐਡਵਾਈਜ਼ਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਆ ਜਾਓ, ਅਤੇ ਉਦੋਂ ਅਸੀਂ ਟਿਕਟਸ ਕਰਾ ਲਈਆਂ ਸੀ। ਅਤੇ ਦੂਸਰੀ ਇਹ ਦਿੱਕਤ ਸੀ ਕਿ ਸਾਡੀ ਜੋ ਯੂਨੀਵਰਸਿਟੀ ਹੈ ਉਹ ਆਫਲਾਈਨ ਚੱਲ ਰਹੀ ਸੀ। ਔਨਲਾਈਨ ਯੂਨੀਵਰਸਿਟੀ ਕਲਾਸਿਸ ਕਰਨ ਲਈ ਰੈਡੀ ਨਹੀਂ ਸੀ, ਤਾਂ ਕਿ ਸਾਡੇ ਵਰਕ ਆਫਸ ਨਾ ਲੱਗਣ, ਸਾਨੂੰ ਬਾਅਦ 'ਚ ਔਖਾ ਨਾ ਹੋਏ, ਕਿਉਂਕਿ 3rd ਈਅਰ ਹੈ ਮੇਰਾ ਔਰ ਸਾਡਾ ਇੱਕ ਕ੍ਰੌਕ ਦਾ ਐਗਜ਼ਾਮ ਹੁੰਦਾ 3rd ਈਅਰ 'ਚ, ਜੋ ਕਿ ਸਾਰੇ ਸਬਜੈਕਟਸ ਕਲੀਅਰ ਹੋਣਾ ਜ਼ਰੂਰੀ ਹੈ। ਅਗਰ ਅਸੀਂ ਘਰੇ ਚੱਲ ਜਾਂਦੇ, ਸਾਡੇ ਸਬਜੈਕਟ ਰਹਿ ਜਾਂਦੇ ਅਤੇ ਸਾਨੂੰ ਅੱਗੇ ਦਿੱਕਤ ਆ ਸਕਦੀ ਸੀ। ਆਫਲਾਈਨ ਕਲਾਸਿਸ ਕਰਕੇ ਅਸੀਂ ਪਹਿਲਾਂ ਨਹੀਂ ਨਿਕਲੇ। ਹੁਣ ਤੁਹਾਨੂੰ ਕੀ ਲੱਗ ਰਿਹਾ ਵੀ ਯੂਕਰੇਨ ਦੇ ਵਿੱਚ ਖਾਰਕਿਵ ਜਾਂ ਕੀਵ ਦੇ ਕੋਲ ਕਿੰਨੇ ਭਾਰਤੀ ਸਟੂਡੈਂਟ ਨੇ, ਜਾਂ ਪੋਲੈਂਡ ਦੇ ਬਾਰਡਰ 'ਤੇ ਜੋ ਸਰਕਾਰ ਦਾਅਵਾ ਕਰ ਰਹੀ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕੀ ਅਪੀਲ ਕਰਨਾ ਚਾਹੋਗੇ ਗੌਰਮੈਂਟ ਤੋਂ? ਯੂਕਰੇਨ 'ਚ ਤਾਂ ਹਜੇ ਵੀ ਕੁਝ ਸਟੂਡੈਂਟ ਫਸੇ ਹੋਏ ਹੈ। ਖਾਰਕਿਵ ਉਹਨਾਂ ਨੇ ਖਾਲੀ ਕਰਵਾਤਾ ਹੈ, ਕੀਵ ਖਾਲੀ ਕਰਵਾਤਾ ਹੈ, ਪਰ ਯੂਕਰੇਨ ਦੇ ਕੁਝ ਹਜੇ ਬੱਚੇ ਫਸੇ ਹੋਏ ਹੈ। ਬਟ ਅਗਰ ਪੋਲੈਂਡ ਦੀ ਗੱਲ ਕੀਤੀ ਜਾਏ, ਪੋਲੈਂਡ 'ਚ ਪੂਰੀ ਸਪੋਰਟ ਕਰ ਰਹੀ ਹੈ ਇੰਡੀਅਨ ਗਵਰਨਮੈਂਟ। ਉੱਥੋਂ ਅਗਰ ਤੁਸੀਂ ਬਾਰਡਰ ਕ੍ਰੋਸ ਕਰ ਲੈਂਦੇ ਹੋ, ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਹੈ ਉਹ ਬੱਸਿਸ ਤੋਂ, ਕਿਉਂਕਿ ਉਹ ਉੱਥੇ ਹੀ ਹੈਲਪ ਕਰ ਰਹੀ ਹੈ। ਯੂਕਰੇਨ 'ਚ ਕੋਈ ਹੈਲਪ ਨਹੀਂ ਮਿਲ ਰਹੀ ਹਜੇ ਤੱਕ, ਅਤੇ ਪੋਲੈਂਡ ਬਾਰਡਰ ਤੋਂ ਖੁਦ ਬੱਸਿਸ ਕਰਵਾ ਰਹੀ ਹੈ, ਹੋਟਲ ਤੱਕ ਲੈ ਕੇ ਜਾ ਰਿਹਾ, ਹੋਟਲ 'ਚ ਤੁਹਾਨੂੰ ਖਾਣਾ ਪ੍ਰੋਵਾਈਡ ਹੈ, ਸਪੇਸ ਪ੍ਰੋਵਾਈਡ ਹੈ। ਉਸ ਤੋਂ ਬਾਅਦ ਉਹ ਏਅਰਪੋਰਟ ਤੱਕ ਵੀ ਬੱਸ ਲੈ ਕੇ ਜਾ ਰਹੀ ਹੈ, ਅਤੇ ਏਅਰਪੋਰਟ ਤੋਂ ਆਰਾਮ ਨਾਲ ਤੁਹਾਨੂੰ ਹਰੇਕ ਬੱਚੇ ਨੂੰ ਫਲਾਈਟ ਮਿਲ ਰਹੀ ਹੈ ਅਤੇ ਬੱਚੇ ਵਾਪਿਸ ਆ ਰਹੇ ਆ। ਪੋਲੈਂਡ 'ਚ ਬਹੁਤ ਸਪੋਰਟ ਮਿਲ ਰਹੀ ਹੈ ਇੰਡੀਅਨ ਗਵਰਨਮੈਂਟ ਦੀ। ਜੇਕਰ ਗੱਲ ਕਰੀਏ ਆਪਾਂ ਖਾਰਕਿਵ ਜਾਂ ਜਿਹੜੀ ਯੂਕਰੇਨ ਦੀ ਰਾਜਧਾਨੀ ਕੀਵ ਆ, ਜਿਹੜੇ ਉੱਥੇ ਸਟੂਡੈਂਟ ਸੀ, ਉਹਨਾਂ ਨੂੰ ਪੋਲੈਂਡ ਦੇ ਬਾਰਡਰ ਤੱਕ ਪਹੁੰਚਣਾ ਕਿੰਨਾ ਕੁ ਜੋਖਿਮ ਆ? ਇਸ ਦੌਰਾਨ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ? ਅਗਰ ਮੈਂ ਗੱਲ ਕਰਾਂ ਖਾਰਕਿਵ ਦੀ, ਉਹ ਸਭ ਤੋਂ ਨੇੜੇ ਹੈ ਰਸ਼ੀਆ ਤੋਂ, ਅਤੇ ਤੁਸੀਂ ਉੱਥੋਂ ਬਿਲਕੁਲ ਐਂਡ ਦੇ ਬਾਰਡਰ ਤੱਕ ਜਾਣਾ ਬਹੁਤ ਦਿੱਕਤ ਵਾਲੀ ਗੱਲ ਹੈ। ਬਹੁਤ ਜ਼ਿਆਦਾ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਬੋਮਬਿੰਗ ਸਟਾਰਟ ਹੋ ਜਾਂਦੀ ਹੈ ਕਦੇ ਵੀ, ਅਤੇ ਕੋਈ ਟੈਕਸੀਜ਼ ਅਵੇਲੇਬਲ ਨਹੀਂ ਹੈ ਕਿ ਅਸੀਂ ਆਪਣਾ ਸਮਾਨ ਲੈ ਕੇ ਜਾਈਏ, ਅਸੀਂ ਖੁਦ ਸੇਫਲੀ ਪਹੁੰਚੀਏ, ਅਤੇ ਪੈਦਲ ਤੁਰਨਾ ਪੈਂਦਾ ਸਟੇਸ਼ਨਸ ਤੱਕ, ਸਟੇਸ਼ਨ ਤੋਂ ਅੱਗੇ ਲਵੀਵ ਤੱਕ। ਬਹੁਤ ਜ਼ਿਆਦਾ ਦੇਰ ਦਾ ਸਫ਼ਰ ਹੈ। ਜਿਵੇਂ ਮੈਂ ਆਪਣੀ ਗੱਲ ਕਰਾਂ, ਮੈਂ ਸਵੇਰੇ 9:30 ਵਜੇ ਟ੍ਰੇਨ ਲਈ ਸੀ, ਅਤੇ ਉੱਥੋਂ ਅਸੀਂ ਅਗਲੇ ਦਿਨ 4:30 ਵਜੇ ਤੱਕ ਪਹੁੰਚੇ ਹਾਂ। ਇੰਨਾ ਦੂਰ ਪੈ ਜਾਂਦਾ, 12 ਵਜੇ ਤੱਕ ਪਹੁੰਚੇ ਹਾਂ ਅਤੇ ਅੱਗੇ ਬੱਸ ਵਗੈਰਾ ਕਰਾ ਕੇ ਗਏ ਹਾਂ। ਖਬਰਾਂ ਲਗਾਤਾਰ ਸਾਹਮਣੇ ਆ ਰਹੀ ਕਿ ਜੋ ਇੰਡੀਆ ਨੇ ਉਹਨਾਂ ਨੂੰ ਟ੍ਰੇਨ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ, ਬਾਰਡਰ 'ਚ ਵੀ ਰੋਕੇ ਜਾ ਰਹੇ, ਕਿ ਕਿੰਨੀ ਕੁ ਸੱਚਾਈ ਹੈ ਇਹਨਾਂ ਚੀਜ਼ਾਂ 'ਚ? ਸੱਚਾਈ ਤਾਂ ਇਹ ਹੈ ਕਿ ਜਦੋਂ ਅਸੀਂ ਗਏ ਹਾਂ ਸਾਨੂੰ ਮਿਲ ਗਈ ਸੀਗੀ ਸੀਟ। ਥੋੜ੍ਹਾ ਜਿਹਾ ਸਟ੍ਰਿਕਟਨੈਸ ਹੁੰਦੀ ਹੈ, ਕਿਉਂਕਿ ਪਹਿਲਾਂ ਉਹ ਛੋਟੇ ਬੱਚੇ ਚੜ੍ਹਾਉਂਦੇ ਆ, ਫਿਰ ਉਹ ਗਰਲਸ ਚੜ੍ਹਾ ਰਹੇ ਆ, ਫਿਰ ਪਿੱਛੇ ਬॉयਜ਼ ਚੜ੍ਹਾ ਰਹੇ ਆ, ਔਰ ਯੂਕਰੇਨੀਅਨਸ ਨੂੰ ਪਹਿਲਾਂ ਪ੍ਰੈਫਰੈਂਸ ਦਿੰਦੇ ਆ। ਔਰ ਮੇਰੇ ਤੋਂ ਬਾਅਦ ਜਿਹੜੀ ਟ੍ਰੇਨਸ ਆਈਆਂ, ਉਹਦੇ 'ਚ ਤਾਂ ਉਹਨਾਂ ਨੂੰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਸੀਗਾ। ਇੰਡੀਅਨ ਸਟੂਡੈਂਟਸ ਨੂੰ ਬਹੁਤ ਦਿੱਕਤ ਆ ਰਹੀ ਸੀ ਉਹਨਾਂ ਨੂੰ। ਉਹ ਸਵੇਰੇ ਮੇਰੇ ਖੁਦ ਦੀ ਰੂਮਮੇਟ ਹੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਤੱਕ ਬੈਠੇ ਰਹੇ ਆ ਟ੍ਰੇਨ ਦੇ ਸਟਰਗਲ ਵਿੱਚ ਹੀ, ਕਿਉਂਕਿ ਸਾਨੂੰ ਸੀਟ ਮਿਲ ਗਈ ਸੀ, ਉਹ ਪਿੱਛੇ ਰਹਿ ਗਏ ਸੀ। ਔਰ ਬਾਰਡਰ 'ਤੇ ਦੇਖਿਆ ਜਾਏ ਤਾਂ ਸਟੂਡੈਂਟਸ ਬਹੁਤ ਜ਼ਿਆਦਾ ਹੈ, ਟਰਨ ਬਹੁਤ ਲੇਟ ਆ ਰਹੀ ਹੈ, ਕਾਫੀ ਦੇਰ ਉੱਥੇ ਖੜ੍ਹਨਾ ਪੈ ਰਿਹਾ ਬੱਚਿਆਂ ਨੂੰ। ਇੰਡੀਅਨ ਗੌਰਮੈਂਟ ਨੇ ਜੋ ਮੁਹਿੰਮ ਚਲਾਈ ਹੈ, ਜਿਸ ਮੁਹਿੰਮ ਦੇ ਤਹਿਤ ਉਹ ਬੱਚਿਆਂ ਨੂੰ ਵਾਪਸ ਲੈ ਕੇ ਆ ਰਹੇ, ਕੀ ਲੱਗ ਰਿਹਾ ਵੀ ਟਾਈਮ 'ਤੇ ਜਾਂ ਬਹੁਤ ਲੇਟ ਆ? ਜੇ ਲੇਟ ਹੋਏ ਤਾਂ ਇਹਦੇ ਪਿੱਛੇ ਕਾਰਨ ਕੀ ਦੇਖਦੇ ਹੋ?
ਤੇ ਉਹਨਾਂ ਨੇ ਸ਼ੁਰੂ ਤਾਂ ਟਾਈਮ ਤੇ ਕਰਤੀ ਸੀ, ਬਟ ਅਸਾਂ ਜਿਵੇਂ ਮੈਂ ਉਹੀ ਕਹਾਂ ਕਿ ਜਿਹੜੇ ਬੱਚੇ ਨੇੜੇ ਸੀ ਉਹ ਈਜ਼ੀਲੀ ਪਹੁੰਚ ਪਾ ਰਹੇ ਸੀ, ਜਿਹੜੇ ਦੂਰ ਸੀ ਉਹਨਾਂ ਲਈ ਬਹੁਤ ਦਿੱਕਤ ਸੀ। ਇਹੀ ਅਸੀਂ ਪ੍ਰੈਫਰੈਂਸ ਅਸੀਂ ਉਹਨਾਂ ਨੂੰ ਦਰਖਾਸਤ ਕੀਤੀ ਸੀ ਕਿ ਤੁਸੀਂ ਰਸ਼ੀਆ ਬਾਰਡਰਸ ਖੋਲ੍ਹ ਦਿਓ, ਕਿ ਉਹਨਾਂ ਨੇ ਕਿਹਾ ਸਰ ਸੰਬੰਧ ਬਹੁਤ ਅੱਛੇ ਹੈ, ਪਰ ਉਹਨਾਂ ਨੇ ਇੱਦਾਂ ਹਜੇ ਤੱਕ ਤਾਂ ਕੋਈ ਜਾਰੀ ਨਹੀਂ ਕੀਤਾ ਕਿ ਉੱਥੇ ਦੇ ਬੱਚੇ ਜੋ ਫਸੇ ਆ ਉਹ ਖੋਲ੍ਹ ਦੇਣ। ਤਾਂ ਅਸੀਂ ਵੀ ਬਹੁਤ ਸੋਚ ਸਮਝ ਕੇ ਅਸੀਂ ਸੋਚ ਰਹੇ ਸੀ ਕਿ ਨਹੀਂ, ਉਹ ਇੰਡੀਅਨ ਗਵਰਨਮੈਂਟ ਕੁਝ ਕਰੇਗੀ, ਅਸੀਂ ਰਸ਼ੀਆ ਵੱਲੋਂ ਹੀ ਸਾਨੂੰ ਸ਼ਾਇਦ ਲੈ ਕੇ ਜਾਏ, ਪਰ ਦੇਖਿਆ ਕਿ ਨਹੀਂ, ਹੁਣ ਬਹੁਤ ਲੇਟ ਹੋ ਰਿਹਾ, ਹੁਣ ਸਾਨੂੰ ਖੁਦ ਨੂੰ ਹੀ ਨਿਕਲਣਾ ਪੈਣਾ। ਤਾਂ ਰਿਸਕ ਲੈ ਕੇ ਬਸ ਪਹੁੰਚੇ ਕਿਸੇ ਤਰ੍ਹਾਂ ਤੇ ਨਿਕਲੇ, ਕਿਉਂਕਿ ਬਾਰਡਰ ਬਹੁਤ ਦੂਰ ਹੈ ਉੱਥੋਂ। ਤੁਹਾਡੇ ਨਾਲ ਕਿੰਨੇ ਕੁ ਹੋਰ ਇੰਡੀਅਨ ਸਟੂਡੈਂਟ ਸੀ ਜਿਨ੍ਹਾਂ 'ਚੋਂ ਆ ਗਏ, ਤੇ ਕਿੰਨੇ ਕੁ ਲੋਕ ਉੱਥੇ ਹੁਣ ਵੀ ਫਸੇ ਹੋਏ ਨੇ? ਇੰਡੀਅਨ ਸਟੂਡੈਂਟ ਤਾਂ ਖਾਰਕਿਵ ਵਿੱਚ ਵੀ ਬਹੁਤ ਜ਼ਿਆਦਾ ਹੈ। ਮੇਰੇ ਨਾਲ ਅਸੀਂ 5 ਜਣੇ ਚੱਲੇ ਸੀ, ਬਟ ਸਟੇਸ਼ਨ 'ਤੇ ਜਾ ਕੇ ਮਿਨੀਮਮ ਸਾਨੂੰ 100 ਬੱਚੇ ਮਿਲ ਗਏ, ਅਤੇ ਉਹੀ ਬਾਰਡਰ ਤੱਕ ਪਹੁੰਚੇ, ਫਲਾਈਟਸ ਵਗੈਰਾ ਲਈਆਂ। ਫਲਾਈਟਸ ਤਾਂ ਸਾਰਿਆਂ ਨੂੰ ਮਿਲ ਰਹੀਆਂ, ਪਰ ਹਜੇ ਵੀ ਬੱਚੇ ਉੱਥੇ ਖਾਰਕਿਵ ਛੱਡ ਕੇ ਕਿਤੇ ਹੋਰ ਫਸੇ ਹੋਏ ਹੈ। ਬਹੁਤ ਜ਼ਿਆਦਾ ਉਹਨਾਂ ਨੂੰ ਦਿੱਕਤ ਹੋ ਰਹੀ ਹੈ, ਖਾਣੇ ਦੀ, ਪਾਣੀ ਦੀ ਬਹੁਤ ਦਿੱਕਤ ਸਹਿਣ ਕਰ ਰਹੇ ਆ ਉਹ। ਤੁਸੀਂ ਇੱਥੇ ਸਹੀ ਸਲਾਮਤ ਆ ਗਏ, ਹੁਣ ਵੀ ਜਿਹੜੇ ਉੱਥੇ ਬੱਚੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਲਈ ਭਾਰਤ ਸਰਕਾਰ ਤੋਂ ਕੀ ਅਪੀਲ ਕਰਨਾ ਚਾਹੋਗੇ? ਅਪੀਲ ਕਰਨਾ ਚਾਹਾਂਗੇ ਜਾਂ ਤਾਂ ਕੁਝ ਗੱਲਬਾਤ ਕੀਤੀ ਜਾਏ ਕਿ ਉਹਨਾਂ ਨੂੰ ਵੀ ਸੇਫਲੀ ਉੱਥੇ ਬਾਰਡਰ ਤੱਕ ਪਹੁੰਚਾਇਆ ਜਾਏ, ਨਹੀਂ ਤਾਂ ਰਸ਼ੀਆ ਵੱਲੋਂ ਹੀ ਕੁਝ ਇੱਦਾਂ ਬਾਰਡਰ ਖੋਲ੍ਹੇ ਜਾਣ, ਕਿਉਂਕਿ ਹਜੇ ਵੀ ਬੱਚੇ ਉੱਥੇ ਫਸੇ ਹੋਏ ਆ ਜਿਨ੍ਹਾਂ ਕੋ ਕੁਝ ਖਾਣ ਪੀਣ ਲਈ ਨਹੀਂ ਹੈ, ਰਹਿਣ ਲਈ ਬਹੁਤ ਦਿੱਕਤ ਹੈ, ਬੋਮਬਿੰਗ ਹੋ ਰਹੀ ਹੈ। ਹੁਣ ਤਾਂ ਖਾਰਕਿਵ ਬਹੁਤ ਜ਼ਿਆਦਾ ਡਿਸਟਰੈਕਟ ਕਰ ਰਿਹਾ ਉਹ। ਜਿਹੜੇ ਮੈਡੀਕਲ ਦੇ ਸਟੂਡੈਂਟ ਜਾਂਦੇ ਆ ਯੂਕਰੇਨ, ਕੀ ਲੱਗ ਰਿਹਾ ਵੀ ਕਿੰਨਾ ਕਾਰਨਾਂ ਕਰਕੇ ਜਾਂਦੇ ਆ? ਕਿਉਂਕਿ ਪੂਰੇ ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਵੀ ਕੀ ਕਾਰਨ ਹੈ ਆਪਣੇ ਦੇਸ਼ ਦੇ ਵਿੱਚ ਵੀ ਜਿਹੜੇ ਸਟੂਡੈਂਟ ਯੂਕਰੇਨ ਨੂੰ ਜ਼ਿਆਦਾ ਪ੍ਰੈਫਰ ਕਰਦੇ। ਪ੍ਰੈਫਰੈਂਸ ਕਾਫੀ ਜਗ੍ਹਾ ਨੂੰ ਕਰਦੇ ਆ ਉਹ ਅਬਰੋਡ ਲਈ, ਕਿਉਂਕਿ ਇੱਥੇ ਪ੍ਰਾਈਵੇਟ ਸੀਟਸ ਜਿੱਦਾਂ ਗਵਰਨਮੈਂਟ ਸੀਟ ਲਈ ਰੈਂਕਿੰਗ ਜ਼ਿਆਦਾ ਹੈ, ਔਰ ਸੀਟਸ ਵੀ ਘੱਟ ਹੈ, ਔਰ ਪ੍ਰਾਈਵੇਟ 'ਚ ਬਹੁਤ ਜ਼ਿਆਦਾ ਐਕਸਪੈਂਸਿਸ ਹੈ, ਤਾਂ ਬੱਚੇ ਅਬਰੋਡ ਪ੍ਰੈਫਰ ਕਰਦੇ ਆ ਤਾਂ ਕਿ ਉਹਨਾਂ ਦੇ ਡਰੀਮਸ ਪੂਰੇ ਹੋ ਸਕਣ। ਔਰ ਯੂਕਰੇਨ ਦਾ ਇਹ ਹੈ ਕਿ ਉਹਦੇ ਕਾਫੀ ਪੋਕਟ ਫਰੈਂਡਲੀ ਹੈ ਫੈਮਿਲੀ ਲਈ ਕੁਝ, ਕਿ ਬੱਚੇ ਉੱਥੇ ਜਾ ਕੇ ਸਟੱਡੀ ਕਰ ਸਕਦੇ ਨੇ, ਅਤੇ ਬਾਕੀ ਉਹ ਸੇਫ ਕੰਟਰੀ ਵੀ ਹੈ। ਜਿਹੜੇ ਆਸ-ਪਾਸ ਗੱਲਬਾਤ ਕੀਤੀ, ਇੱਥੇ ਜਿਵੇਂ ਲੁਧਿਆਣਾ ਵਿੱਚ ਵੀ ਕਾਫੀ ਡਾਕਟਰਸ ਲੱਗੇ ਹੋਏ ਆ ਯੂਕਰੇਨ ਤੋਂ ਪੜ੍ਹ ਕੇ, ਤਾਂ ਉਹ ਇਹੀ ਸੀ ਕਿ ਸੇਫ ਹੈ ਥੋੜ੍ਹਾ, ਅਤੇ ਆਪਣੇ ਡਰੀਮਸ ਪੂਰੇ ਕਰਨ ਲਈ ਤੁਹਾਨੂੰ ਪੋਕਟ ਫਰੈਂਡਲੀ ਵੀ ਹੈ। ਤੁਸੀਂ ਆਪਣੀ ਸਟੱਡੀ ਦੇ ਤਕਰੀਬਨ ਹਾਫ ਦੇ ਵਿੱਚੋਂ ਕੀ ਲੱਗ ਰਿਹਾ, ਜੇ ਹਾਲਾਤ ਸਮਾਨੇ ਨਹੀਂ ਹੁੰਦੇ ਤਾਂ ਤੁਹਾਡੇ ਕੋਲ ਹੋਰ ਕੀ ਆਪਸ਼ਨ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਣ ਲਈ? ਜੇ ਹਾਲਾਤ ਸਮਾਨੇ ਹੁੰਦੇ ਕਿ ਉੱਥੇ ਵਾਪਸ ਜਾਣਾ ਚਾਹੋਗੇ, ਜਾਂ ਆਪਾਂ ਮੰਨ ਲੈਂਦੇ ਕਿ ਰੂਸ ਦਾ ਕਬਜ਼ਾ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਜਾਣਾ ਚਾਹੋਗੇ ਉੱਥੇ? ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਗਵਰਨਮੈਂਟ ਕੋਈ ਗੱਲਬਾਤ ਕਰੇ ਕਿ ਅਗਰ ਹਾਲਾਤ ਸਹੀ ਹੋ ਰਹੇ ਹੈ ਤਾਂ ਸੇਫਟੀ ਦੀ ਵੀ ਪ੍ਰੋਵਾਈਡ ਕੀਤੀ ਜਾਏ, ਕਿ ਅਗਰ ਰੂਸ ਵੀ ਕਬਜ਼ਾ ਕਰ ਰਹੀ ਹੈ ਤਾਂ ਰੂਸ ਅਤੇ ਇੰਡੀਆ ਦੇ ਅੱਛੇ ਸੰਬੰਧ ਹੈ, ਕੁਛ ਤਾਂ ਕੀਤਾ ਜਾਏ। ਅਗਰ ਕੁਛ ਵੀ ਨਹੀਂ ਹੋ ਰਿਹਾ, ਕਿਉਂਕਿ ਸਟੱਡੀ ਬਿਲਕੁਲ ਵਿੱਚ ਸਾਰਿਆਂ ਦੀ ਹੀ ਅਟਕੀ ਹੋਈ ਹੈ, ਕਿਸੇ ਦਾ 3 ਸਾਲ ਪਏ ਸੀ, ਕਿਸੇ ਦੇ 2 ਸਾਲ ਪਏ ਸੀ, ਕਈਆਂ ਦੀ ਬਿਲਕੁਲ ਡਿਗਰੀ ਹੀ ਅਟਕ ਗਈ, ਲਾਸਟ ਸਮੈਸਟਰ ਹੀ ਸੀ ਉਹਨਾਂ ਦਾ। ਪਰ ਇਹੀ ਹੈ ਕਿ ਅਗਰ ਗਵਰਨਮੈਂਟ ਕੁਝ ਕਰ ਰਹੀ ਹੈ ਤਾਂ ਬਹੁਤ ਅਸੀਂ ਰਿਕੁਐਸਟ ਕਰਾਂਗੇ ਅਤੇ ਕੁਛ ਨਾ ਕੁਛ ਸੋਚਿਆ ਜਾਏ, ਵਰਨਾ ਖੁਦ ਹੀ ਟਰਾਂਸਫਰ ਕਿਤੇ ਨਾ ਕਿਤੇ ਅਗਰ ਅਵੇਲੇਬਲ ਹੋ ਰਿਹਾ ਹੈ ਕਿਸੇ ਹੋਰ ਕੰਟਰੀ 'ਚ ਜਾਂ ਇੰਡੀਆ 'ਚ ਟਰਾਂਸਫਰ ਕਿਤੇ ਮਿਲ ਰਿਹਾ, ਪ੍ਰੈਫਰ ਕਰਾਂਗੇ, ਕਿਉਂਕਿ ਬਿਲਕੁਲ ਹਰੇਕ ਦਾ ਇਹੀ ਡਰੀਮ ਹੁੰਦਾ ਮੈਡੀਕਲ ਸਟੂਡੈਂਟ ਦਾ ਕਿ ਉਹ ਅੱਛਾ ਡਾਕਟਰ ਬਣੇ, ਆਪਣੇ ਕੰਟਰੀ ਦੀ ਸੇਵਾ ਕਰੇ, ਆਪਣੇ ਡਰੀਮਸ ਪੂਰੇ ਕਰੇ। ਇਹੀ ਹੈ ਕਿ ਕਿਤੇ ਨਾ ਕਿਤੇ ਟਰਾਂਸਫਰ ਲਈਏ, ਜਾਂ ਅਗਰ ਉੱਥੇ ਸਭ ਕੁਝ ਸਹੀ ਹੋ ਰਿਹਾ ਤਾਂ ਇੱਕ ਕੁਝ ਸੇਫਟੀ ਦੀ ਹੋਏ ਤਾਂ ਵਾਪਸ ਜਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਗੁਰਲੀਨ ਦੇ ਮਾਤਾ ਜੀ ਵੀ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਬੇਟੀ ਲੁਧਿਆਣੇ ਪਹੁੰਚ ਚੁੱਕੀ ਹੈ, ਹੋਰ ਵੀ ਸਟੂਡੈਂਟ ਉੱਥੇ ਫਸੇ ਹੋਏ ਨੇ, ਕਿੱਦਾਂ? ਹਾਂਜੀ, ਸਭ ਤੋਂ ਪਹਿਲੇ ਤਾਂ ਬਹੁਤ ਅੱਛੀ ਗੱਲ ਹੈ ਕਿ ਬੱਚੇ ਸਾਰੇ ਸੇਫਟੀ ਨਾਲ ਪਹੁੰਚ ਰਹੇ ਹੈ, ਸਾਡੇ ਬੱਚੇ ਵੀ ਪਹੁੰਚੇ ਹੈ, ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਇਸ ਚੀਜ਼ ਨੂੰ ਦੇਖ ਕੇ। ਬਾਕੀ ਇਹ ਵੀ ਹੈਗਾ ਕਿ ਹੁਣ ਜਿਹੜੇ ਬੱਚੇ ਫਸੇ ਪਏ ਆ ਉਹ ਵੀ ਪਹੁੰਚਣ ਇੱਥੇ ਆਪਣੇ ਆਪਣੇ ਘਰ ਵਾਪਸ ਆ ਜਾਣ ਸੇਫਟੀ। ਚਾਹੁੰਦੇ ਲਫ਼ਜ਼ਾਂ ਦੇ ਵਿੱਚ ਸਰਕਾਰ ਤੋਂ ਕੁਝ ਅਪੀਲ ਕਰਨਾ ਚਾਹੋਗੇ ਉਹਨਾਂ ਬੱਚਿਆਂ ਲਈ? ਹਾਂਜੀ, ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਰੇ ਬੱਚੇ ਤੁਸੀਂ ਵਾਪਸ ਲੈ ਕੇ ਆਓ ਜੀ, ਜਿਸ ਤਰ੍ਹਾਂ ਮਰਜ਼ੀ ਕਿਵੇਂ ਵੀ ਕਰਕੇ ਤੁਸੀਂ ਆਪਣੀ ਕੋਈ ਨਾ ਕੋਈ ਆਪਣਾ ਕਹਿੰਦੇ ਜੁਗਾੜ ਲਗਾਉਣਾ, ਤਾਂ ਇਸ ਤਰ੍ਹਾਂ ਲਗਾਓ, ਸਾਰੇ ਬੱਚੇ ਤੁਸੀਂ ਆਪਣੀ ਵਾਪਸ ਲੈ ਕੇ ਆਓ। ਉਸ ਤੋਂ ਬਾਅਦ ਇਹਨਾਂ ਬੱਚਿਆਂ ਵਾਸਤੇ ਜਾਂ ਤਾਂ ਕੋਈ ਟਰਾਂਸਫਰ ਦਾ ਜਾਂ ਤੁਸੀਂ ਆਪਣੇ ਇੰਡੀਆ ਦੇ ਵਿੱਚ ਕੋਈ ਵੀ ਅਪੋਰਚੁਨਿਟੀ ਪ੍ਰੋਵਾਈਡ ਕਰੋ ਜੀ।
ਤੁਸੀਂ ਵੇਖਿਆ ਇਹ ਗੁਰਲੀਨ ਕੌਰ ਨੇ ਜੋ ਬੀਤੇ ਦਿਨ ਯੂਕਰੇਨ ਦੇ ਖਾਰਕਿਵ ਤੋਂ ਲੁਧਿਆਣਾ ਵਾਪਸ ਆਏ ਹਨ। ਉਹਨਾਂ ਦੇ ਮਦਰ ਵੀ ਸੀ ਜਿਨ੍ਹਾਂ ਨੇ ਭਾਰਤ ਸਰਕਾਰ ਤੋਂ ਅਪੀਲ ਵੀ ਕੀਤੀ ਹੈ ਕਿ ਜਿਹੜੇ ਉੱਥੇ ਬੱਚੇ ਹੁਣ ਵੀ ਫਸੇ ਹੋਏ ਨੇ ਉਹਨਾਂ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਇਆ ਜਾਵੇ। ਰੂਪੇਸ਼ ਕੁਮਾਰ, ਅਜੀਤ ਵੈਬ ਟੀਵੀ, ਲੁਧਿਆਣਾ। ਇੰਡੀਅਨ ਸਟੂਡੈਂਟਸ ਸੀਗੇ ਜਿਹੜੇ ਕਿ ਹੁਣ ਨਿਕਲ ਕੇ ਆਲਮੋਸਟ ਸਾਰੇ ਵਾਪਸ ਆ ਚੁੱਕੇ ਨੇ। ਜਿਹੜਾ ਗੋਲਾਬਾਰੀ ਹੋ ਰਹੀ ਸੀਗੀ ਮੌਕੇ ਤੁਸੀਂ ਆਪ ਸਾਰੇ ਲਾਈਵ ਦੇਖਿਆ ਇਸ ਮੌਕੇ ਤੇ? ਦੇਖੋ ਸਰ, ਮੈਂ ਗੋਲਾਬਾਰੀ ਦੇਖੀ ਨਹੀਂ ਹੈ, ਬਟ ਉਹ ਧਮਾਕਿਆਂ ਦੀ ਆਵਾਜ਼ ਅਸੀਂ ਜਿਹੜੀ ਹੈ ਸਾਨੂੰ ਸੁਣਾਈ ਦਿੱਤੀ ਗਈ ਹੈ। ਫਾਇਰਿੰਗ ਦੀ ਆਵਾਜ਼ ਸਾਨੂੰ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ। ਮਤਲਬ ਸਾਡੇ ਤੋਂ 5-6 ਕਿਲੋਮੀਟਰ ਦੂਰ ਜਦ ਵੀ ਕਦੇ ਵੀ ਬੌਂਬ ਬਲਾਸਟ ਹੁੰਦਾ ਸੀ, ਸਾਡੇ ਹੋਸਟਲ ਤੱਕ ਗੂੰਜ ਜਿਹੜੀ ਹੈ ਉਹ ਧਮਾਕੇ ਦੀ ਸੁਣਾਈ ਦਿੱਤੀ ਜਾਂਦੀ ਸੀ। ਦਹਿਸ਼ਤ ਦਾ ਮਾਹੌਲ ਹਾਂ, ਦਹਿਸ਼ਤ ਦਾ ਮਾਹੌਲ ਸੀ। ਕਿਸੇ ਵੀ ਸਮੇਂ ਤੇ ਇਹ ਕਿਹਾ ਗਿਆ ਸੀ ਕਿਸੇ ਵੀ ਸਮੇਂ ਜਿਹੜਾ ਕੀ ਹੈ ਧਮਾਕਾ ਹੋ ਸਕਦਾ ਹੈ। ਇੱਕ ਸਾਨੂੰ ਇਹ ਵੀ ਟੈਨਸ਼ਨ ਸੀ ਕਿ ਜਿੱਦਾਂ ਕਿ ਸਾਡੇ ਹੋਸਟਲ ਦੇ ਸਾਹਮਣੇ ਹੀ ਆਰਮੀ ਦਾ ਇੱਕ ਬੇਸ ਸੀ, ਤੇ ਸਾਨੂੰ ਇਹ ਵੀ ਇੱਕ ਪਰੇਸ਼ਾਨੀ ਸੀ ਕਿ ਇੱਥੇ ਹੀ ਕਿਤੇ ਬਲਾਸਟ ਨਾ ਹੋ ਜਾਏ, ਕਿਉਂਕਿ ਹੁਣ ਜਦ ਧਮਾਕਾ ਹੁੰਦਾ ਉਹ ਪਤਾ ਨਹੀਂ ਚੱਲਦਾ ਕਿਸ ਟਾਈਮ ਕਿਹੜੀ ਜਗ੍ਹਾ 'ਤੇ ਹੋ ਜਾਣਾ। ਇਸ ਕਰਕੇ ਸਾਨੂੰ ਬਹੁਤ ਸਟ੍ਰਿਕਟਲੀ ਕਿਹਾ ਗਿਆ ਸੀ ਕਿ ਜਿੱਦੇ ਹੀ ਵਾਰ ਸਾਇਰਨ ਵੱਜੇ ਤੁਸੀਂ ਜੋ ਕੁਝ ਵੀ ਕਰਦੇ ਹੋ ਉਸੇ ਟਾਈਮ ਛੱਡ ਕੇ ਤੁਰੰਤ ਨੀਚੇ ਭੱਜਣਾ ਹੈ। ਤੁਸੀਂ 6ਵੇਂ ਫਲੋਰ 'ਤੇ ਹੋ, ਤੁਸੀਂ 7ਵੇਂ ਫਲੋਰ 'ਤੇ ਹੋ, ਛੱਡ ਕੇ ਵਾਇਆ ਸਟੇਅਰਸ ਨੀਚੇ ਭੱਜ ਕੇ ਬੰਕਰਾਂ ਦੇ ਵਿੱਚ ਜਿਹੜਾ ਕੀ ਹੈ ਪ੍ਰੋਟੈਕਟ ਹੋ ਜਾਣਾ। ਤੇ ਇੰਡੀਅਨ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਉਧਰੋਂ ਜਿਹੜਾ ਬਚਾਇਆ ਗਿਆ ਔਰ ਕਿਸ ਤਰ੍ਹਾਂ ਦੀ ਉਧਰੋਂ ਮਦਦ ਕੀਤੀ ਗਈ? ਦੇਖੋ, ਇੰਡੀਅਨ ਗਵਰਨਮੈਂਟ ਨੇ ਬਾਰਡਰ ਤੋਂ ਪਹਿਲਾਂ ਜਿਹੜਾ ਕਿ ਉਹ ਕੁਝ ਨਹੀਂ ਕਰ ਪਾ ਰਹੀ ਸੀ, ਅਸਹਾਇ ਸੀ, ਕਿਉਂਕਿ ਉਹ ਆਪਣਾ ਪੂਰਾ ਦੇਣਾ ਚਾਹ ਰਹੀ ਸੀ। ਬਟ ਉੱਥੇ ਦੇ ਜਿਹੜੇ ਨਾਗਰਿਕ ਨੇ, ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਉਹ ਚਾਹੁੰਦੇ ਸੀ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਨੂੰ ਸੇਵ ਕਰਨ, ਬਾਅਦ ਦੇ ਵਿੱਚ ਫੋਰਨਰ ਸੇਫ ਹੋਣਗੇ, ਪਹਿਲਾਂ ਉਹਨਾਂ ਦੇ ਆਪਣੇ ਨਾਗਰਿਕ ਸੇਫ ਹੋਣ। ਇਸ ਲਈ ਸਾਨੂੰ ਟ੍ਰੇਨਸ ਦੇ ਵਿੱਚ ਵੀ ਅਲਾਉਡ ਨਹੀਂ ਕੀਤਾ ਜਾ ਰਿਹਾ ਸੀ ਬੈਠਣਾ, ਕਿਉਂਕਿ ਉਹ ਆਪਣੇ ਕੰਟਰੀ ਦੇ ਹੀ ਲੋਕਾਂ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਕਦੋਂ ਪਹੁੰਚੇ ਹੋ ਔਰ ਇੰਡੀਅਨ ਗਵਰਨਮੈਂਟ ਦਾ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ? ਮੈਂ ਜੀ ਪਹੁੰਚਿਆ ਇੱਥੇ 3 ਤਰੀਕ ਨੂੰ, ਕੱਲ੍ਹ ਪਹੁੰਚਿਆ ਮੈਂ 7:30 ਵਜੇ ਮੈਂ ਇੱਥੇ ਘਰ ਪਹੁੰਚ ਗਿਆ। ਮੈਂ ਇੰਡੀਅਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ। ਇਹ ਸਿਰਫ ਪਹਿਲੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਹੋਏ ਨੇ ਜਿਹੜੇ ਕਿ ਆਪਣੇ ਬੱਚਿਆਂ ਨੂੰ ਉੱਥੋਂ ਦੀ ਕੱਢ ਕੇ ਲੈ ਕੇ ਆਪਣੇ ਘਰ ਉਹਨਾਂ ਦੇ ਘਰਾਂ ਤੱਕ ਸੇਫਲੀ ਉਹਨਾਂ ਨੇ ਪਹੁੰਚਾਇਆ। ਮਾਂ-ਬਾਪ ਦਾ ਜਿਹੜਾ ਪਿੱਛੇ ਚਿੰਤਾ ਬਣੀ ਸੀਗੀ, ਹਾਂਜੀ, ਕਿਸ ਤਰ੍ਹਾਂ ਤੁਸੀਂ ਉਸ ਨੂੰ ਕਿਸ ਤਰ੍ਹਾਂ ਨਜ਼ਰ ਦੇਖਦੇ ਹੋ? ਮੈਂ ਜੀ ਉਸ ਟਾਈਮ 'ਤੇ ਘਰਦਿਆਂ ਨੂੰ ਬਹੁਤ ਟੈਨਸ਼ਨ ਹੋ ਰੱਖੀ ਸੀਗੀ ਕਿ ਕਦ ਉਹਨਾਂ ਦਾ ਮਤਲਬ ਬੱਚੇ ਉਹਨਾਂ ਦੇ ਘਰ ਵਾਪਸ ਆਉਣਗੇ। ਕਈ ਵਾਰ ਫੋਨ ਦੇ ਉੱਤੇ, ਹਾਂਜੀ, ਫੋਨ ਦੇ ਉੱਤੇ ਗੱਲਬਾਤ ਹੁੰਦੀ ਸੀ। ਕਈ ਵਾਰ ਇੱਦਾਂ ਹੁੰਦਾ ਸੀ ਕਿ ਗੱਲਬਾਤ ਕਰਦੇ ਸਮੇਂ ਹੀ ਸਾਇਰਨ ਵੱਜਦਾ ਸੀ, ਸਾਨੂੰ ਉੱਥੋਂ ਦੀ ਭੱਜਣਾ ਪੈਂਦਾ ਸੀ ਫੋਨ ਕੱਟ ਕੇ, ਕਿਉਂਕਿ ਬੰਕਰਸ ਦੇ ਵਿੱਚ ਜਿਹੜਾ ਕਿ ਗੱਲਬਾਤ ਨਹੀਂ ਹੁੰਦੀ, ਨੈਟਵਰਕ ਨਹੀਂ ਆਉਂਦਾ ਬੰਕਰਸ ਦੇ ਵਿੱਚ। ਇਸ ਲਈ ਸਾਨੂੰ ਉੱਥੋਂ ਦੀ ਨਿਕਲ ਕੇ ਆਪਣੇ ਬੰਕਰਸ ਦੇ ਵਿੱਚ ਆਉਣਾ ਪੈਂਦਾ ਸੀ, ਕਮਰਿਆਂ 'ਚੋਂ ਨਿਕਲ ਕੇ ਬੰਕਰਸ ਦੇ ਵਿੱਚ ਆਉਣਾ ਪੈਂਦਾ ਸੀ। ਤੇ ਇੱਕ ਸਵਾਲ ਹੈਗਾ, ਹਾਂਜੀ, ਕਹਿੰਦੇ ਕਿ ਭਾਰਤੀ ਮੁੰਡਿਆਂ ਨੇ ਜਿਹੜੀ ਭਾਰਤ ਦੇ ਕੁੜੀਆਂ ਸੀਗੀਆਂ ਉਹਨਾਂ ਦਾ ਕਾਫੀ ਸਾਥ ਦਿੱਤਾ ਕਿਉਂਕਿ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਸੀ, ਉਹਨਾਂ ਦੇ ਨਾਲ ਗਲਤ ਹਰਕਤਾਂ ਨਹੀਂ। ਦੇਖੋ ਜੀ, ਇਹੋ ਜਿਹਾ ਕੁਛ ਨਹੀਂ ਹੈ, ਇਹੋ ਜਿਹਾ ਕੁਛ ਵੀ ਨਹੀਂ ਹੈ ਕਿ ਉੱਥੇ ਲੜਕੀਆਂ ਨਾਲ ਕੁਝ ਗਲਤ ਹੋ ਰਿਹਾ ਹੈ। ਭਾਰਤੀ ਮੁੰਡਿਆਂ ਨੇ ਸਾਡਾ ਸਾਥ ਦਿੱਤਾ, ਜੇ ਨਾ ਹੁੰਦੇ ਤਾਂ ਜਿਹੜੇ ਦੂਸਰੀ ਕੰਟਰੀਆਂ ਦੇ ਮੁੰਡੇ ਸੀ ਉਹ ਛੇੜਖਾਨੀ ਕਰ ਰਹੇ ਸੀ। ਹੋ ਸਕਦਾ ਹੈ ਕਿਤੇ ਹੋ ਰਿਹਾ ਹੋਵੇ, ਪਰ ਮੇਰੇ ਸਾਹਮਣੇ ਜੀ ਇਹੋ ਜਿਹਾ ਕੁਛ ਨਹੀਂ ਹੋਇਆ। ਸਾਡੇ ਆਪਣੇ ਸਟੂਡੈਂਟ ਸਾਡੇ ਸਾਰੇ ਸੇਫ ਸੀ, ਮੁੰਡੇ ਸਾਰੇ ਨਾਲ ਸੀ, ਅਸੀਂ ਸਾਡੇ ਗਰੁੱਪ ਦੇ ਵਿੱਚ ਕੁੜੀਆਂ ਵੀ ਸੀ, ਪਰ ਇਹੋ ਜਿਹਾ ਸਾਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਆਪਾਂ ਸਟੇਸ਼ਨ 'ਤੇ ਵੀ ਆਏ ਹਾਂ, ਅਸੀਂ ਰਸਤੇ 'ਚ ਤਿਰੰਗਾ ਲਾ ਕੇ ਵੀ ਆਏ ਹਾਂ, ਤੇ ਇਹੋ ਜਿਹਾ ਸਾਨੂੰ ਕੁਝ ਦੇਖਣ ਨੂੰ ਨਹੀਂ ਮਿਲਿਆ। ਤਿਰੰਗਾ ਦੀ ਗੱਲ ਕੀਤੀ ਹੈ ਤੁਸੀਂ, ਤਿਰੰਗੇ ਦੇ ਜਿਸ ਹਿਸਾਬ ਨਾਲ ਉੱਥੇ ਮਾਹੌਲ ਸੀਗਾ, ਹਾਂਜੀ, ਕੀ ਕਹਿੰਦੇ ਜੀ ਇੰਡੀਆ ਨੇ ਜਿਹੜਾ ਤਿਰੰਗਾ ਦੇਖ ਕੇ ਕੋਈ ਮਤਲਬ ਦੇਖੋ ਜੀ, ਸੇਫਟੀ ਮਿਲੀ? ਦੇਖੋ ਜੀ, ਉੱਥੇ ਮਾਰਸ਼ਲ ਲਾਅ ਲੱਗਾ ਹੋਇਆ ਸੀ। ਉੱਥੇ ਅਗਰ ਯੂਕਰੇਨੀਅਨ ਆਰਮੀ ਅਗਰ ਕਿਸੇ ਨੂੰ ਵੀ ਸਟ੍ਰੇਂਜਰ ਪਾਉਂਦੀ ਹੈ, ਉਹਦੇ ਕੋਲ ਜਾ ਕੇ ਉਹਦਾ ਪਤਾ ਨਹੀਂ ਪੁੱਛੂਗੀ ਕਿ ਜੀ ਤੁਸੀਂ ਕਿੱਥੋਂ ਨਹੀਂ ਹੋ। ਉਹਨਾਂ ਨੂੰ ਫੁੱਲ ਆਰਡਰ ਸੀ ਸ਼ੂਟ ਐਟ ਸਾਈਟ ਦਾ, ਤੇ ਇਦਾਂ ਹੋਇਆ ਵੀ ਹੈ। ਜਿੱਥੇ ਉਹਨਾਂ ਨੇ ਸਟ੍ਰੇਂਜਰ ਦੇਖਿਆ ਉਹਨਾਂ ਨੇ ਗੋਲੀ ਚਲਾਈ ਹੈ, ਤੇ ਜਿਹੜਾ ਕਿ ਝੰਡੇ ਦੀ ਵੈਲਿਊ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ। ਉੱਥੇ ਝੰਡਾ ਅਸੀਂ ਆਪਣੇ ਕੋਲ ਰੱਖਿਆ ਹੋਇਆ ਸੀ, ਜਿਹਦੇ ਕਾਰਨ ਆਰਮੀ ਨੂੰ ਪਤਾ ਸੀ ਕਿ ਹਾਂਜੀ ਇਹ ਇੰਡੀਅਨਸ ਹੈ, ਇਹਨਾਂ ਨੂੰ ਜਾਣ ਦਿਓ, ਤਾਂ ਇਸ ਲਈ ਅਸੀਂ ਉੱਥੋਂ ਦੀ ਨਿਕਲ ਪਾਏ ਹਾਂ। ਮੈਮ ਕੀ ਨਾਮ ਹੈ ਜੀ? ਸੁਮਨ। ਹਾਂਜੀ, ਸੁਮਨ ਜੀ, ਬੇਟਾ ਆਇਆ, ਕਿਸ ਤਰੀਕੇ ਦੀਆਂ ਉਮੀਦਾਂ ਸੀ, ਜਿਸ ਤਰੀਕੇ ਦੇ ਹਾਲਾਤ ਸੀ? ਉਮੀਦ ਤਾਂ ਨਹੀਂ ਸੀ, ਬਸ ਇਹ ਹੈ ਵੀ ਫੋਨ ਤੇ ਗੱਲ ਹੁੰਦੀ ਸੀਗੀ ਤਾਂ ਥੋੜਾ ਹੌਸਲਾ ਬਣ ਜਾਂਦਾ ਸੀਗਾ ਵੀ ਠੀਕ ਹੈ ਚਲੋ ਆ ਜਾਏਗਾ,
ਆ ਜਾਏਗਾ। ਇਹੀ ਸੀ ਬਸ। ਪਰ ਹੁਣ ਬੱਚਾ ਘਰ ਪਹੁੰਚਿਆ ਹੈ, ਬਹੁਤ ਖੁਸ਼ੀ ਹੈ, ਬਹੁਤ ਜ਼ਿਆਦਾ। ਗੱਲਬਾਤ ਹੁੰਦੀ ਸੀ ਫੋਨ ਤੇ? ਹਾਂਜੀ, ਫੋਨ ਤੇ ਗੱਲ ਹੁੰਦੀ ਸੀ, ਕਿਸੇ ਵੇਲੇ ਕੱਟ ਦਿੰਦਾ ਸੀਗਾ, ਬੰਕਰ 'ਚ ਜਦੋਂ ਚਲ ਜਾਂਦੇ ਸੀ ਉਦੋਂ ਕੱਟ ਦਿੰਦਾ ਸੀ, ਮਮਾ ਫੇਰ ਕਰੂੰਗਾ। ਇਹ ਕਿੰਨੇ ਟਾਈਮ ਪਹਿਲਾਂ ਗਏ ਸੀਗੇ? ਇਹ 3 ਕੁ ਮਹੀਨੇ ਹੋਏ ਆ। ਹਾਂਜੀ ਬੱਚਾ ਆ ਗਿਆ ਘਰੇ ਵਾਪਸ? ਹਾਂਜੀ ਹਾਂਜੀ। ਕੀ ਸਰਕਾਰ ਦਾ ਕੀ ਅਗਰ ਦੁਬਾਰਾ ਉੱਥੇ ਹਾਲਾਤ ਸਹੀ ਹੋ ਜਾਂਦੇ ਨੇ ਤਾਂ ਫਿਰ ਹੁਣ ਨਹੀਂ ਦਿਲ ਕਰਦਾ ਭੇਜਣ ਨੂੰ, ਬਹੁਤ ਔਖਾ ਟਾਈਮ ਕੱਢਿਆ। ਸਰਕਾਰ ਦਾ ਰਵੱਈਆ ਕਿੱਦਾਂ ਹੈ? ਬਹੁਤ ਅੱਛਾ ਸੀਗਾ, ਬਹੁਤ ਅੱਛਾ। ਥੈਂਕ ਯੂ, ਧੰਨਵਾਦ ਕਰਦੇ ਅਸੀਂ ਮੋਦੀ ਜੀ ਦਾ, ਸਾਰੇ ਸਰਕਾਰ ਦਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।